ਏਜੰਟਾਂ ਨੇ ਮਤਲਬ ਗੱਲਾਂ ਚਾਹ ਕੇ ਸਬਜ਼ ਬਾਗ ਜਿਹੜੇ ਦੱਸਣੇ ਉਹਨਾਂ ਦੀ ਗੱਲਾਂ ਚਾਹ ਉਹਨਾਂ ਵਿੱਚ ਕੀ ਮੈਸੇਜ ਹੈ ਜੇ ਏਜੰਟ ਦੇ ਥਰੂ ਆਉਣੇ ਬਾਈ ਉਹਨਾਂ ਵਾਸਤੇ ਅਸੀਂ ਜ਼ਿੰਦਾ ਮਿਸਾਲਾਂ ਠੀਕ ਹੈ। ਅਸੀਂ ਵੀ ਸਬਜ਼ ਬਾਗ ਵੇਖ ਕੇ ਤੇ ਆ ਫਸ ਗਿਆ ਸਾਰਾ ਕੁਝ ਤੁਹਾਨੂੰ ਦੱਸਿਆ ਹੁਣ ਕਿ ਸਾਡੇ ਜੁੱਤੀ ਕੱਪੜਾ ਹਰ ਸ਼ੈ ਉਹਨਾਂ ਖੋਲਿਆ ਠੀਕ ਹੈ। ਬੈਗ ਵਗੈਰਾ ਪਾਸਪੋਰਟ ਤੱਕ ਸਾਡੇ ਕੋਲ ਕੋਈ ਚੀਜ਼ ਨਹੀਂ ਇਸ ਟਾਈਮ ਹੈ, ਬਸ ਇੱਕ ਆਈਡੀ ਕਾਰਡ ਹੈ ਠੀਕ ਹੈ। ਉਹ ਵੀ ਇੱਥੇ ਆਈਡੀ ਕਾਰਡ ਤੇ ਐਂਟਰੀ ਬੜੀ ਮੁਸ਼ਕਲ ਹੁੰਦੀ ਹੈ ਫਿਰ ਠੀਕ ਹੈ। 3 ਦਿਨ ਹੋ ਗਏ ਨੇ ਲਾਈਨ ਚ ਲੱਗ ਕੇ ਅਸੀਂ ਆ ਜਾਂਦੇ ਕਹਿਣਾ ਯਾਦ ਨਹੀਂ ਰਿਹਾ ਕਿ ਉਹ ਏਜੰਟ ਦੇ ਇਖਤਲਾਫਾਤ ਹੋਏ ਨੇ ਉਹਦੇ ਨਾਲ ਸਹੀ ਉਸੇ ਵਜ੍ਹਾ ਤੋਂ ਮਤਲਬ ਜਿਸ ਬੰਦੇ ਸਾਨੂੰ ਕ੍ਰਾਸਿੰਗ ਕਰਵਾਈ ਹੈ ਨਾ ਉਹਨੂੰ ਸਾਡੇ ਏਜੰਟ ਨੇ ਪੇਮੈਂਟ ਨਹੀਂ ਕੀਤੀ ਹੈ। ਮਤਲਬ ਸਾਡੇ ਕੋਲੋਂ ਪੇਮੈਂਟ ਓਕੇ ਹੋ ਗਈ ਹੈ, ਪੇਮੈਂਟ ਲੈ ਲਈ ਸੀ ਤੇ ਉਸ ਬੰਦੇ ਨੂੰ ਉਹਨੇ ਪੇਮੈਂਟ ਨਹੀਂ ਕੀਤੀ ਹੈ ਠੀਕ ਹੈ। ਇਸ ਵਜ੍ਹਾ ਤੋਂ ਉਸ ਬੰਦੇ ਨੇ ਸਾਡੇ ਪਾਸਪੋਰਟ ਵੀ ਤੇ ਸਮਾਨ ਬੈਗ ਵਗੈਰਾ ਜੋ ਕੁਝ ਆ ਸੀ ਸਭ ਕੁਝ ਉਹਨੇ ਲੈ ਲਿਆ ਠੀਕ ਹੈ। ਉਹ ਪੈਸੇ ਦੇ ਸੋ ਚੀਜ਼ਾਂ ਲੈ ਲਵੇ। ਹਾਂਜੀ ਉਹ ਆਂਦਾ ਜਿਸ ਟਾਈਮ ਤੁਹਾਡਾ ਏਜੰਟ ਪਿੱਛੋਂ ਪੇਮੈਂਟ ਦੇਦਾ ਮੈਨੂੰ ਉਸ ਟਾਈਮ ਮੈਂ ਤੁਹਾਨੂੰ ਕੈਂਪ 'ਚ ਹਰ ਚੀਜ਼ ਦੇ ਆਵਾਂਗਾ। ਬਾਕੀ ਇਹ 3 ਦਿਨ ਹੋ ਗਏ ਨੇ ਨਾ ਸਾਡਾ ਏਜੰਟ ਫੋਨ ਚੁੱਕ ਰਿਹਾ ਸਾਡਾ ਤੇ ਨਾ ਹੀ ਕੋਈ ਸਾਡਾ ਸਮਾਨ ਵਗੈਰਾ ਪਾਸਪੋਰਟ ਵਗੈਰਾ ਕੋਈ ਚੀਜ਼ ਨਹੀਂ ਆਈ ਹੈ ਠੀਕ ਹੈ। ਸਹੀ ਹੋ ਗਿਆ ਜੀ। ਸਟੋਰੀ ਸੁਣਾਓ ਮਤਲਬ ਕਿਸ ਤਰ੍ਹਾਂ ਤੁਸੀਂ ਬਾਰਡਰ ਕਿਸ ਤਰ੍ਹਾਂ ਪਾਰ ਕੀਤਾ? ਬਾਰਡਰ ਰਾਤ ਦੇ ਟਾਈਮ ਹੀ ਕ੍ਰਾਸ ਕੀਤਾ ਸੀ। 7 ਲੜਕੇ ਸੀ, 2 ਬੰਗਾਲੀ ਸਨ, ਬਾਕੀ ਅਸੀਂ ਪਾਕਿਸਤਾਨੀ ਸਾਂ ਜੀ ਠੀਕ ਹੈ। ਸਹੀ ਡੈਂਕਰ ਸੀ ਸਾਡਾ ਡੈਂਕਰ ਜਿਹੜਾ ਸੀ ਉਹ ਵੀ ਖੈਰ ਨਾਲ ਨਵਾਂ ਹੀ ਬੰਦਾ ਸੀ, ਉਹਨੂੰ ਵੀ ਰਾਹ ਰੂ ਦਾ ਪਤਾ ਕੋਈ ਨਹੀਂ ਸੀ। ਪਹਿਲੀ ਵਾਰ ਉਧਰੋਂ ਉਹਨੇ ਗੇਮ ਕਰਵਾਈ ਸੀ ਸਹੀ ਹੈ। ਤੇ ਅੱਧ ਚ ਆ ਕੇ ਤੇ ਉਹ ਵੀ ਲੱਤਾਂ ਖਿਲਾਰ ਗਿਆ ਸੀ। ਉਹ ਵੀ ਆਂਦਾ ਸੀ ਕਿ ਜੀ ਮੈਨੂੰ ਹੁਣ ਅੱਗੇ ਦਾ ਕੋਈ ਪਤਾ ਨਹੀਂ ਤੇ ਅੱਗੋਂ ਅੱਲਾ ਹੀ ਮਾਲਕ ਹੈ। ਤੇ ਪਹਿਲਾਂ ਕਿਹਾ ਸੀ ਕਿ ਮਤਲਬ ਖਰਚਾ ਪਾਣੀ ਜੋ ਵੀ ਰਿਹਾਇਸ਼ ਰੂਈ ਦਾ ਸਾਰਾ ਬੰਦੋਬਸਤ ਮੇਰਾ ਹੀ ਹੋਵੇਗਾ ਠੀਕ ਹੈ। ਤੇ ਜਦੋਂ ਅਸੀਂ ਦੁਬਈ ਆਏ 1 ਮਹੀਨੇ ਦਾ ਸਾਡਾ ਵਿਜ਼ਿਟ ਵੀਜ਼ਾ ਸੀ ਸਹੀ ਹੈ। ਤੇ ਦੁਬਈ ਆਏ 2-4 ਦਿਨ ਉਹਨਾਂ ਮਤਲਬ ਖਾਣ ਪੀਣ ਦਾ ਵੀ ਬੰਦੋਬਸਤ ਠੀਕ ਪ੍ਰੋਟੋਕੋਲ ਠੀਕ ਦਿੱਤਾ। ਹਾਂ ਰੋਟੀ ਛੋਟੀ ਦਿੱਤੀ, ਰਿਹਾਇਸ਼ ਰੂਹੀ ਦਿੱਤੀ ਠੀਕ ਹੈ। ਜਿਸ ਤਰ੍ਹਾਂ 5-6 ਦਿਨ ਲੰਘੇ ਉਹਨਾਂ ਆਖਿਆ ਜਨਾਬ ਰੋਟੀ ਪਾਣੀ ਵਾਲਾ ਸਿਸਟਮ ਬੰਦ ਹੋ ਗਿਆ ਤੇ ਚਲੋ ਰਿਹਾਇਸ਼ ਤੁਹਾਨੂੰ ਦਿਆਂਗੇ ਤੇ ਬਸ ਜਨਾਬ ਉਹ ਤੋਂ ਬਾਅਦ ਫਿਰ ਅਸੀਂ ਆਪਣਾ ਖਰਚਾ ਕਰਦੇ ਰਹੇ। ਉਹਦੇ ਨਾਲ ਰਾਬਤਾ ਕੀਤਾ ਪਿੱਛੇ ਕਿ ਤੂੰ ਸਾਨੂੰ ਇੰਝ ਆ ਕੇ ਤੇ ਇੱਥੇ ਆ ਗਿਆ ਇਹ ਨਿਜ਼ਾਮ ਹੁੰਦਾ ਪਿਆ। ਹਾਂਜੀ ਤੁਸੀਂ ਉਸ ਏਜੰਟ ਨੂੰ ਐਡਵਾਂਸ ਪੈਸੇ ਕਿੰਨੇ ਦਿੱਤੇ ਸੀ? ਸਰ ਉਹਨੂੰ ਐਡਵਾਂਸ ਅਸਾਂ 2 ਬੰਦਿਆਂ ਨੇ 5 ਲੱਖ ਰੁਪਇਆ ਦਿੱਤਾ ਸੀ। ਅੱਛਾ ਉਹ ਪਾਕਿਸਤਾਨ ਦੇ ਛੁੜੇ ਤੁਸੀਂ ਵੀਜ਼ਾ ਮਤਲਬ ਜਿਹੜਾ ਤੁਸੀਂ ਪ੍ਰੋਸੀਜਰ ਸਟਾਰਟ ਹੋਇਆ ਉਸ ਵੇਲੇ ਦੇ ਛੁੜੇ ਸੀ? ਹਾਂਜੀ प्रोसीजर जो स्टार्ट हुआ बिल्कुल ठीक हो गया ठीक है सर। अच्छा सबसे पहले अस्सलाम वालेकुम वरहमतुल्लाहि वबरकातुहू सब व्यूअर्स को। अच्छा ये मेरे भाई हैं जी, कहाँ से भाई? गुजरांवाला से। तो ये कह रहे हैं जी हम अपनी माँ बोली बोलेंगे, पंजाबी में बात करेंगे, तो अगर किसी को समझ ना आए तो माजरत चाहता हूँ। स्पेशली खान भाई से माजरत एडवांस में और इंडियन फैन से माजरत करता हूँ क्योंकि वो कहते हैं हम पंजाबी को प्रमोट करेंगे इसलिए पंजाबी में बात करेंगे। अच्छा भाई कितों आए तुसी? जी जनाब मैं गुजरांवाला तो आया। इतने कितना टाइम हो गया आए हुए? ਇੱਥੇ ਹੋ ਗਏ ਨੇ ਤਕਰੀਬਨ 5-6 ਦਿਨ ਹੋ ਗਏ ਨੇ ਆਏ ਨੂੰ ਕੈਂਪ 'ਚ। ਕੈਂਪ ਵਿੱਚ ਤੇ ਪਾਰ ਕਿੰਨਾ ਟਾਈਮ ਰਹੇ ਤੁਸੀਂ? ਪਾਰ ਰਹੇ ਤਕਰੀਬਨ 10 ਦਿਨ। 10 ਦਿਨ। ਕਿੰਨਾ ਖਰਚਾ ਕਰਕੇ ਆਏ ਹੋ ਹੱਕਾ ਸੱਚਾ? ਹੱਕਾ ਸੱਚਾ ਤਕਰੀਬਨ 9 ਲੱਖ ਖਰਚਾ ਹੋ ਗਿਆ ਸਾਡਾ ਇੱਕ ਬੰਦੇ ਦਾ। ਹਾਂਜੀ ਕਿੰਨੇ ਬੰਦੇ ਆਏ ਹੋ ਤੁਸੀਂ? ਕਿਤੋਂ ਨਾਲ ਕਿੰਨੇ ਬੰਦੇ ਆਏ? ਅਸੀਂ 2 ਬੰਦੇ ਆਏ ਹਾਂ ਜੀ। ਅੱਛਾ ਦੁਬਈ ਦੇ ਰਸਤੇ ਆਏ ਹੋ ਤੁਸੀਂ? ਬਿਲਕੁਲ ਠੀਕ ਹੋ ਗਿਆ ਸਰ। ਮਤਲਬ और ਤੁਸੀਂ ਕੀ ਸੋਚ ਰਹੇ ਹੋ ਫੈਸਲਾ ਠੀਕ ਸੀ ਤੁਹਾਡਾ 9 ਲੱਖ ਦੇ ਕੇ ਤੇ ਆਉਣ ਦਾ ਜਾਂ ਗਲਤ ਸੀ? ਅੰਦਰ ਦੀ ਗੱਲ ਸੱਚੀ ਗੱਲ ਦੱਸਣੀ ਹੈ ਸਰ। ਜਨਾਬ ਇਹ ਤੇ ਇਥੋਂ ਦੇ ਹਾਲਾਤ ਵੇਖ ਕੇ ਤੇ ਫੈਸਲਾ ਗਲਤ ਹੀ ਲੱਗਦਾ ਪਿਆ ਜਿੱਦਾਂ ਦੇ ਹਾਲਾਤ ਹੋਏ ਪਏ ਨੇ ਇੱਥੇ। ਸਹੀ ਹੈ ਜੀ। ਤੁਹਾਨੂੰ ਇੱਥੇ ਆਣ ਕੇ ਪਤਾ ਚੱਲਿਆ ਹੋਵੇਗਾ ਕਿ ਪੈਸੇ ਅਸੀਂ ਜ਼ਿਆਦਾ ਦੇ ਆਏ ਹਾਂ, ਸਮਝ ਆਈ ਹੋਵੇਗੀ ਗੱਲ। ਇੱਥੇ ਆ ਕੇ ਜਦੋਂ ਬੰਦੇ ਨਾਲ ਮੁਲਾਕਾਤ ਹੋਈ ਹੈ ਕਿਸੇ ਨੇ ਦੱਸਿਆ ਸੀ 5 ਲੱਖ ਚ ਆਏ, ਕਿਸੇ ਨੇ 6 ਚ ਗਿਆ। ਸਹੀ ਹੈ ਸਾਰੀ ਗੱਲ ਹੈ ਸਾਨੂੰ ਤੇ ਕੋਈ 7 ਵਿੱਚ ਆਏ ਕੋਈ 7.5। ਇੱਥੇ ਦੇ ਬੰਦੇ ਮੇਰੇ ਜਾਣ 14 ਲੱਖ ਵੀ ਆਏ ਨੇ। ਹਾਂਜੀ ਸਾਡੇ ਨਾਲ 2 ਮੁੰਡੇ ਸਨ ਉਹ 14 ਲੱਖ ਚ ਆਏ। ਇਹ ਗੱਲ ਹੈ ਬਿਲਕੁਲ ਇਹ ਗੱਲ ਹੈ। ਅੱਛਾ ਜਿਸ ਏਜੰਟ ਦੇ ਥਰੂ ਆਏ ਉਸ ਨਾਲ ਮਤਲਬ ਸਾਨੂੰ ਕੋਈ ਇਸ਼ੂ ਤਾਂ ਨਹੀਂ ਹੁਣ ਕੋਈ ਕਿਸੇ ਕਿਸਮ ਦਾ? ਨਹੀਂ ਜੀ ਇਸ਼ੂ ਤਾਂ ਬੜਾ ਲੰਮਾ ਚੌੜਾ ਉਹਦੇ ਨਾਲ। ਤੁਹਾਨੂੰ ਦੱਸੋ ਸਰ ਕੀ ਇਸ਼ੂ ਹੈ ਤੁਹਾਡਾ ਕੀ ਸਟੋਰੀ ਹੋਈ ਹੈ ਸਰ? ਵਿਊਜ਼ ਕੀ ਦੱਸਣਾ ਚਾਹੁੰਦਾ ਸਰ ਕਿ ਇਸ ਬੰਦੇ ਨਾਲ ਇੱਕ ਐਪਨ ਹੋਇਆ ਦੌਰ ਪਰ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂ ਕਿ ਕਿਸੇ ਏਜੰਟ ਨੇ ਹੱਥੇ ਨਾ ਚੜੋ ਠੀਕ ਹੈ। ਤੇ ਇਹ ਇਹਨਾਂ ਦੀ ਏਜੰਟ ਦੀ ਮਾਰ ਲੱਗੀ ਹੈ ठीक है। तो मैं जस्ट एक इन्होंने आवाज़ बनने वास्ते ये वीडियो अपलोड करना लगे हैं। इन्होंने एक बड़ा मसला पेश है उस अपनी जबानी सनासन क्या मसला पेश है डिटेल राम उसको दसो क्या मसला पेश आया जी जनाब। मतलब जेंट है ਜਿਹੜਾ ਸਾਡਾ ਉਹ ਵੀ ਗੁਜਰਾਂਵਾਲਾ ਦਾ ਹੀ ਹੈ, ਗੁਲਫਾਮ ਹੈ ਨਾਮ ਹੁੰਦਾ। ਗੁਜਰਾਂ ਕਿਹੜੀ ਜਗ੍ਹਾ ਦਾ? ਗੁਜਰਾਂਵਾਲਾ ਮੇਨ ਸਿਟੀ ਦਾ ਹੀ। ਠੀਕ ਹੋ ਗਿਆ। ਤੇ ਕਿੱਥੇ ਹੁੰਦੇ ਉਹ? ਸਾਈਪ੍ਰਸ? ਪਾਕਿਸਤਾਨ ਹੀ ਹੈ ਉਹ ਨਾ। ਅੱਛਾ ਉਹਦਾ ਬਾਈ ਇੱਕ ਹੁੰਦਾ ਸਾਈਪ੍ਰਸ ਹੁੰਦਾ। ਸਹੀ। ਪਰ ਉਹਦੇ ਨਾਲ ਮੁਲਾਕਾਤ ਨਹੀਂ ਹੋਈ ਹੈ। ਮਤਲਬ ਜਦੋਂ ਪਾਕਿਸਤਾਨ ਚ ਉਹਦੇ ਨਾਲ ਜਾ ਕੇ ਮਿਲੇ ਸਾਂ ਸਾਰਾ ਮਤਲਬ ਮਾਮਲਾਤ ਤੈਅ ਹੋਏ ਸਨ। ਇੱਥੇ ਆਉਂਦੇ ਜੋ ਵੀ ਡਿਟੇਲ ਹੋਈ ਸੀ ਜੀ ਜੀ ਮਤਲਬ ਫਾਰਮ ਪੈਸੇ ਜਿਹੜੇ ਪਹਿਲਾਂ ਜਮ੍ਹਾਂ ਕਰਵਾਏ ਸਨ ਉਹਨੂੰ ਉਦੋਂ ਨੇ ਕਿਹਾ ਸੀ ਕਿ ਮਤਲਬ ਠੀਕ ਮਹੀਨੇ ਬਾਅਦ ਤੁਹਾਡਾ ਮਤਲਬ ਆਪਣੀ ਤਿਆਰੀ ਕਰੋ, ਮਹੀਨੇ ਬਾਅਦ ਤੁਸੀਂ ਮਤਲਬ ਜਾਣਾ ਦੁਬਈ ਦਾ ਵਾਇਆ ਕਰਵਾਏ ਦਾ। ਸਹੀ। ਤੇ 2 ਦਿਨ ਦਾ ਟਾਈਮ ਲਿਆ ਸੀ ਉਹਨੇ ਕਿਹਾ ਸੀ ਕਿ ਮਤਲਬ 2 ਦਿਨ ਦੁਬਈ ਰਹੋ ਤੇ ਉਸ ਤੋਂ ਬਾਅਦ ਤੁਸੀਂ ਤੁਰਕ ਸਾਈਪ੍ਰਸ ਉਦੋਂ ਅਗਾਂ ਫਿਰ ਕ੍ਰਾਸਿੰਗ ਹੋਵੇ ਦੀ। ਠੀਕ ਹੋ ਗਿਆ।
ਭਾਈਜਾਨ ਪਹਿਲੇ ਨੰਬਰ ਤੇ ਦੁਬਈ ਅਸੀਂ ਰਹੇ ਹਾਂ 2 ਮਹੀਨੇ। ਠੀਕ ਹੈ 2 ਮਹੀਨੇ ਦੁਬਈ ਰਹੇ ਹੋ? 2 ਮਹੀਨੇ ਰਹੇ। ਉਹ ਖਰਚਾ ਜੜਨਾ ਸੀ ਬਾਈ ਦੱਸਣ ਲੱਗਾ ਨਾ। ਅੱਛਾ ਦੱਸੋ ਆਰਾਮ ਨਾਲ ਦੱਸੋ। 2 ਦਿਨ ਦਾ ਉਹਨੇ ਕਿਹਾ ਸੀ ਕਿ ਸਟੇ ਹੋਵੇਗਾ ਦੁਬਈ। ਠੀਕ ਹੈ 2 ਮਹੀਨੇ ਰਹੇ ਹਾਂ ਅਸੀਂ, 1 ਮਹੀਨਾ ਤੇ 23 ਦਿਨ ਰਹੇ ਹਾਂ। ਠੀਕ ਹੈ ਉਸ ਪਹਿਲਾਂ ਕਿਹਾ ਸੀ ਕਿ ਮਤਲਬ ਖਰਚਾ ਪਾਣੀ ਜੋ ਵੀ ਰਿਹਾਇਸ਼ ਰੂਈ ਦਾ ਸਾਰਾ ਬੰਦੋਬਸਤ ਮੇਰਾ ਹੀ ਹੋਵੇਗਾ। ਠੀਕ ਹੈ ਤੇ ਜਦੋਂ ਅਸੀਂ ਦੁਬਈ ਆਏ 1 ਮਹੀਨੇ ਦਾ ਸਾਡਾ ਵਿਜ਼ਿਟ ਵੀਜ਼ਾ ਸੀ। ਸਹੀ ਹੈ ਤੇ ਦੁਬਈ ਆਏ 2-4 ਦਿਨ ਉਹਨਾਂ ਮਤਲਬ ਖਾਣ ਪੀਣ ਦਾ ਵੀ ਬੰਦੋਬਸਤ ਠੀਕ, ਪ੍ਰੋਟੋਕੋਲ ਠੀਕ ਦਿੱਤਾ। ਹਾਂ ਰੋਟੀ ਛੋਟੀ ਦਿੱਤੀ, ਰਿਹਾਇਸ਼ ਰੂਈ ਦਿੱਤੀ। ਠੀਕ ਹੈ ਜਿਸ ਤਰ੍ਹਾਂ 5-6 ਦਿਨ ਲੰਘੇ ਉਹਨਾਂ ਆਖਿਆ ਜਨਾਬ ਰੋਟੀ ਪਾਣੀ ਵਾਲਾ ਸਿਸਟਮ ਬੰਦ ਹੋ ਗਿਆ ਤੇ ਚਲੋ ਰਿਹਾਇਸ਼ ਤੁਹਾਨੂੰ ਦਿਆਂਗੇ। ਤੇ ਬਸ ਜਨਾਬ ਉਹ ਤੋਂ ਬਾਅਦ ਫਿਰ ਅਸੀਂ ਆਪਣਾ ਖਰਚਾ ਕਰਦੇ ਰਹੇ। ਉਹਦੇ ਨਾਲ ਰਾਬਤਾ ਕੀਤਾ ਪਿੱਛੇ ਕਿ ਤੂੰ ਸਾਨੂੰ ਇੰਝ ਆ ਕੇ ਤੇ ਇੱਥੇ ਆ ਗਿਆ ਇਹ ਨਿਜ਼ਾਮ ਹੁੰਦਾ ਪਿਆ। ਉਹਨੇ ਕਿਹਾ ਕੋਈ ਮਸਲਾ ਨਹੀਂ ਹੈ, ਤੁਸੀਂ ਮਤਲਬ ਆਪਣੇ ਕੋਲੋਂ ਖਰਚਾ ਕਰੋ, ਬਾਅਦ ਤੁਸੀਂ ਜਿਹੜੇ ਪੈਸੇ ਦੇਣੇ ਨੇ ਉਹ ਮੇਰੇ ਕੋਲੋਂ ਕੱਟ ਲਿਆ ਜੀ। ਸਹੀ ਹੋ ਗਿਆ। ਠੀਕ ਹੋ ਗਿਆ ਜਨਾਬ। 2 ਦਿਨ ਦਾ ਉਹਨੇ ਟਾਈਮ ਲਿਆ ਸੀ ਕਿ ਮਤਲਬ 2 ਦਿਨਾਂ ਦੇ ਵਿੱਚ ਅਗਾਂ ਕੱਢਾਂ ਦਾ। ਠੀਕ ਹੈ ਸਹੀ ਹੈ 2 ਦਿਨ ਹੋਏ 4 ਦਿਨ ਹੋਏ ਉਹਨੂੰ ਕੀਤਾ ਮੈਸੇਜ ਯਾਰ 2 ਦਿਨ ਉੱਤੇ ਹੋ ਗਏ ਨੇ ਕੀ ਨਿਜ਼ਾਮ ਹੈ ਇਹ ਜੀ। ਈਦ ਆ ਰਹੀ ਹੈ ਤੇ ਈਦ ਦੀਆਂ ਛੁੱਟੀਆਂ ਲੱਗੇ, ਯੂਨੀਵਰਸਿਟੀਆਂ ਬੰਦ ਹੋ ਗਈਆਂ ਨੇ, ਤੁਹਾਡੀ ਮਤਲਬ ਫੀਸ ਨਹੀਂ ਪੇ ਹੋਈ ਹੈ। ਯੂਨੀਵਰਸਿਟੀ ਦੀਆਂ 9 ਛੁੱਟੀਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਨਾ ਮਤਲਬ ਤੁਹਾਡਾ ਨਿਜ਼ਾਮ ਸੈੱਟ ਹੋਵੇਗਾ। ਠੀਕ ਹੈ ਜਨਾਬ ਈਦ ਵੀ ਲੰਘ ਗਈ, 4-5 ਦਿਨ ਲੱਗ ਗਿਆ। ਫਿਰ ਲਾਰੇ ਤੇ ਲਾਰਾ ਹੱਤਾ ਕੇ ਤਕਰੀਬਨ 1 ਮਹੀਨਾ 23 ਦਿਨ ਹੋ ਗਿਆ। ਸਹੀ ਫਿਰ ਉਹਦੇ ਨਾਲ ਲੜੇ ਵੀ ਫੋਨ ਤੇ ਬੁਰਾ ਭਲਾ ਵੀ ਇੱਕ ਦੂਜੇ ਨੂੰ ਆਖਿਆ ਤੇ ਮਤਲਬ ਉਸ ਤੋਂ ਬਾਅਦ ਉਹਨੇ ਲਗਵਾਇਆ ਵੀਜ਼ਾ, ਟਿਕਟਾਂ ਵਗੈਰਾ ਸਾਨੂੰ ਭੇਜੀਆਂ, ਫਾਰਮ ਯੂਨੀਵਰਸਿਟੀ ਵੱਲੋਂ ਲੈਟਰ ਲੂਟਰ ਸੈਪਰੇਟ ਲੈਟਰ ਸਭ ਕੁਝ ਆ ਗਿਆ। ਉਸ ਤੋਂ ਬਾਅਦ ਅਸੀਂ ਆ ਗਏ ਹਾਂ ਇੱਥੇ ਮਤਲਬ ਤੁਰਕ ਸਾਈਪ੍ਰਸ। ਅੱਛਾ ਉੱਥੇ ਦੁਬਈ ਸੋ 1 ਮਹੀਨਾ 23 ਦਿਨ ਜੋ ਕਿੰਨਾ ਖਰਚਾ ਕੀਤਾ ਸੋ ਟੋਟਲ ਕੋਈ ਆਈਡੀਆ ਹੈ? ਸਰ ਅਸੀਂ 2 ਮਤਲਬ ਕਜ਼ਨ ਸਾਂ ਆਪਸ ਵਿੱਚ। ਜੀ ਸਾਡਾ ਦੋਵਾਂ ਦਾ ਤਕਰੀਬਨ 1 ਲੱਖ ਤੇ ਅਰਾਊਂਡ ਬਾਉਂਡ ਜਿਹੜਾ ਨਾ ਆ ਗਿਆ ਖਰਚਾ ਦੋਵਾਂ ਬੰਦਿਆਂ। ਠੀਕ ਹੋ ਗਈ ਬਿਲਕੁਲ ਠੀਕ ਹੋ ਗਈ। ਸਹੀ ਹੋ ਗਿਆ। ਰਿਹਾਇਸ਼ ਉਹਨਾਂ ਦੀ ਖਾਣ ਪੀਣ ਦਾ ਖਰਚਾ ਸੀ? ਹਾਂਜੀ ਰਿਹਾਇਸ਼ ਉਹਨਾਂ ਦੀ ਵੀ, ਖਾਣ ਪੀਣ ਦਾ ਜਿਹੜਾ ਸੀ ਉਹ ਸਾਡਾ ਸੀ ਖਰਚਾ। ਜੀ ਬਿਲਕੁਲ ਠੀਕ ਹੋ ਗਿਆ। ਹਾਂਜੀ ਤੇ ਅੱਛਾ ਫਿਰ ਤੁਸੀਂ ਇੱਥੇ ਆ ਗਏ ਹੋ? ਇੱਥੇ ਆ ਗਏ ਜਨਾਬ। ਅੱਛਾ ਸੋਰੀ ਮੈਂ ਇੰਟਰਪਟ ਕਰ ਰਿਹਾ ਤੁਹਾਨੂੰ। ਤੁਸੀਂ ਉਸ ਏਜੰਟ ਨੂੰ ਐਡਵਾਂਸ ਪੈਸੇ ਕਿੰਨੇ ਦਿੱਤੇ ਸੀ? ਸਰ ਉਹਨੂੰ ਐਡਵਾਂਸ ਅਸਾਂ 2 ਬੰਦਿਆਂ ਨੇ 5 ਲੱਖ ਰੁਪਇਆ ਦਿੱਤਾ ਸੀ। ਅੱਛਾ ਉਹ ਪਾਕਿਸਤਾਨ ਦੇ ਛੁੜੇ ਤੁਸੀਂ ਵੀਜ਼ਾ ਮਤਲਬ ਜਿਹੜਾ ਤੁਸੀਂ ਪ੍ਰੋਸੀਜਰ ਸਟਾਰਟ ਹੋਇਆ ਉਸ ਵੇਲੇ ਦੇ ਛੁੜੇ ਸੀ? ਹਾਂਜੀ ਪ੍ਰੋਸੀਜਰ ਜਦੋਂ ਸਟਾਰਟ ਹੋਇਆ ਬਿਲਕੁਲ ਠੀਕ ਹੋ ਗਿਆ। ਠੀਕ ਹੈ ਸਰ। ਤੇ ਉਸ ਤੋਂ ਬਾਅਦ ਸਰ ਤੁਰਕ ਸਾਈਪ੍ਰਸ ਆ ਗਏ ਆ। ਸਹੀ। ਉੱਥੇ ਉਹਨੇ ਕਿਹਾ ਕਿ ਮਤਲਬ ਠੀਕ ਹੈ ਕਰਾ ਦੀ ਤੁਸੀਂ ਰਹੋ ਤੇ ਮਤਲਬ ਅਗਲੇ ਦਿਨ ਤੁਹਾਨੂੰ ਅੱਗੇ ਮੂਵ ਕਰਵਾ ਦਿਆਂਗੇ। ਠੀਕ ਹੈ ਸਹੀ ਹੋ ਗਿਆ। ਉਸ ਤੋਂ ਬਾਅਦ ਸਰ 5-4 ਦਿਨ ਕੋਈ ਰਾਬਤਾ ਹੀ ਨਹੀਂ ਉਹਨੇ ਕੀਤਾ, ਫੋਨ ਕਰੀਦਾ ਸੀ ਅੱਗੋਂ ਚੁੱਕ। ਤੇ ਤੁਸੀਂ ਇੱਥੇ ਕਿਸ ਕੋਲ ਰੁਕੇ ਸੀ ਸਾਈਪ੍ਰਸ ਫਿਰ? ਸਾਈਪ੍ਰਸ ਵੀ ਮਤਲਬ ਉਹਨਾਂ ਦਾ ਹੀ ਅੱਗੋਂ ਬੰਦਾ ਸਾਨੂੰ ਜੀ ਮਤਲਬ 에어ਪੋਰਟ। ਅੱਛਾ ਠੀਕ ਉਸ ਨਾਲ ਬੰਦਾ ਗਿਆ ਲੈਣੇ ਵਸੀ ਉਸ ਰੱਖ ਲਿਆ ਤੁਹਾਡੇ ਨਾਲ ਉਸ ਡਾਇਰੈਕਟ ਰਾਬਤਾ ਨਹੀਂ ਫਿਰ ਕੀਤਾ ਬੰਦੇ? ਬਿਲਕੁਲ ਠੀਕ ਹੋ ਗਿਆ। ਬਾਹਰ ਵਾਲੇ ਇੱਥੇ ਰੋਟੀ ਪਾਣੀ ਵੀ ਉਹਨਾਂ ਦਿੱਤਾ, ਰਿਹਾਇਸ਼ ਵੀ ਠੀਕ ਸੀ ਮਤਲਬ ਸਹੀ ਮਤਲਬ ਇੱਥੇ ਨਿਜ਼ਾਮ ਠੀਕ ਸੀ ਦੁਬਈ ਦੇ ਬਹੁਤ ਬਿਹਤਰ ਸੀ ਕੰਮ। ਠੀਕ ਹੋ ਗਿਆ ਬਿਲਕੁਲ ਠੀਕ ਹੈ। ਇੱਥੇ ਜਨਾਬ ਅਸੀਂ 7-8 ਦਿਨ ਰਹੇ ਹਾਂ। ਸਹੀ ਠੀਕ ਹੈ। ਉਸ ਤੋਂ ਬਾਅਦ ਫਿਰ ਜਿੱਦਣ ਕ੍ਰਾਸਿੰਗ ਉਹਨੇ ਕਰਵਾਉਣੀ ਸੀ ਉਸ ਟਾਈਮ ਦਿਨੇ ਉਹਨੇ ਰਾਬਤਾ ਕੀਤਾ ਕਿ ਬਈ ਅੱਜ ਤੁਹਾਡੀ ਕ੍ਰਾਸਿੰਗ ਹੋਣੀ ਹੈ। ਠੀਕ ਹੈ ਰਾਤ ਨੂੰ। ਉਸ ਤੋਂ ਬਾਅਦ ਜਨਾਬ ਅਸੀਂ ਕ੍ਰਾਸਿੰਗ ਕੀਤੀ ਹੈ ਮਤਲਬ ਬਾਰਡਰ ਕ੍ਰਾਸ ਕਰਕੇ ਉਰਲੇ ਸਾਈਪ੍ਰਸ ਆਏ ਆ ਤੇ ਉਹ ਵੀ ਇੱਕ ਅਜੀਬ ਹੀ ਮੰਜ਼ਰ ਸੀ ਰਾਤ ਨੂੰ। ਠੀਕ ਹੈ ਸਟੋਰੀ ਸੁਣਾਓ ਮਤਲਬ ਕਿਸ ਤਰ੍ਹਾਂ ਤੁਸੀਂ ਬਾਰਡਰ ਕਿਸ ਤਰ੍ਹਾਂ ਪਾਰ ਕੀਤਾ? ਬਾਰਡਰ ਰਾਤ ਦੇ ਟਾਈਮ ਹੀ ਕ੍ਰਾਸ ਕੀਤਾ ਸੀ। 7 ਲੜਕੇ ਸੀ, 2 ਬੰਗਾਲੀ ਸਨ, ਬਾਕੀ ਅਸੀਂ ਪਾਕਿਸਤਾਨੀ ਸਾਂ। ਜੀ ਠੀਕ ਹੈ ਸਹੀ। ਡੈਂਕਰ ਸੀ ਸਾਡਾ, ਡੈਂਕਰ ਜਿਹੜਾ ਸੀ ਉਹ ਵੀ ਖੈਰ ਨਾਲ ਨਵਾਂ ਹੀ ਬੰਦਾ ਸੀ, ਉਹਨੂੰ ਵੀ ਰਾਹ ਰੂ ਦਾ ਪਤਾ ਕੋਈ ਨਹੀਂ ਸੀ। ਪਹਿਲੀ ਵਾਰ ਉਧਰੋਂ ਉਹਨੇ ਗੇਮ ਕਰਵਾਈ ਸੀ। ਸਹੀ ਹੈ ਤੇ ਅੱਧ ਚ ਆ ਕੇ ਤੇ ਉਹ ਵੀ ਲੱਤਾਂ ਖਿਲਾਰ ਗਿਆ ਸੀ। ਉਹ ਵੀ ਆਂਦਾ ਸੀ ਕਿ ਜੀ ਮੈਨੂੰ ਹੁਣ ਅੱਗੇ ਦਾ ਕੋਈ ਪਤਾ ਨਹੀਂ ਤੇ ਅੱਗੋਂ ਅੱਲਾ ਹੀ ਮਾਲਕ ਹੈ। ਮੈਂ ਕਿਹਾ ਚਲੋ ਠੀਕ ਹੈ ਫਿਰ ਅੱਲਾ ਮਾਲਕ ਹੈ ਸਭ। ਫਿਰ ਅੱਗੇ ਬੰਦਾ ਸੀ ਜਿਹੜਾ ਉਸ ਬੰਦੇ ਨੂੰ ਲੋਕੇਸ਼ਨ ਸੈਂਡ ਕੀਤੀ ਸੀ ਕਿ ਮਤਲਬ ਇਹ ਸਾਈਡ ਲਾਉਣਾ ਹੈ, ਇਹ ਨਿਜ਼ਾਮ ਹੈ। ਉਹ ਬੰਦਾ ਵੀ ਪੂਰਾ ਹੀ ਪੜ੍ਹਿਆ ਲਿਖਿਆ ਸੀ, ਲੋਕੇਸ਼ਨ ਦਾ ਵੀ ਉਹਨੂੰ ਕੋਈ ਨਹੀਂ ਸੀ ਪਤਾ। ਸਹੀ ਹੈ। ਤੇ ਫਿਰ ਉਹਨੇ ਕਿਹਾ ਦੀ ਕਿ ਕੋਈ ਲੋਕੇਸ਼ਨ ਵਗੈਰਾ ਚੈੱਕ ਕਰ ਲੈਂਦਾ, ਪਰ ਮੈਂ ਕਿਹਾ ਠੀਕ ਹੈ ਮੁਸ਼ਕਲ ਨਹੀਂ ਆ, ਵੇਖ ਲਾਂ ਤੇ ਲੋਕੇਸ਼ਨ ਦੇਖ ਕੇ ਜਿਹੜਾ ਮਿਲਿਆ ਸੀ ਅਨਪੜ੍ਹ ਹੀ ਮਿਲਿਆ। ਹਾਂਜੀ ਅਨਪੜ੍ਹ ਹੀ ਟੱਕਰੇ ਨੇ, ਤੋੜੋਂ ਲੈ ਕੇ ਸਾਨੂੰ ਇਹਦੇ ਬੰਦੇ ਟੱਕਰਦੇ ਆਏ ਨੇ। ਸਹੀ ਹੈ ਠੀਕ ਹੋ ਗਿਆ। ਉਹ ਮੋਬਾਈਲ ਉਹਨੇ ਮੈਨੂੰ ਕੀਤਾ ਹੁੰਦਾ ਤੂੰ ਅੱਗੇ ਲੱਗ ਗਿਆ ਸੀ ਤੇਰੇ ਮਗਰ ਲੱਗਣੇ ਆ ਸਾਰੇ, ਆਪ ਮੇਰੇ ਪਿੱਛੇ ਲੱਗਾ, ਦੂਜਿਆਂ ਨੂੰ ਵੀ ਆਂਦਾ ਲੈਣ ਬਣਾ ਲਓ ਸਾਡੇ ਪਿੱਛੇ। ਉਹ ਮੈਨੂੰ ਉਹਨੇ ਅੱਗੇ ਲਾਇਆ, ਮੈਂ ਕਿਹਾ ਚੱਲ ਮੈਨੂੰ ਅੱਗੇ ਲਾ ਦੇ ਪਹਿਲਾਂ, ਜਿਹੜੇ ਹੋਣੀ ਹੈ ਮੇਰੇ ਨਾਲ ਹੀ ਹੋਣਾ। ਸਹੀ ਹੈ। ਉਹ ਜਨਾਬ ਚਲੋ ਖੈਰੀ ਸਲਾਮਤੀ ਆ ਕੇ ਕ੍ਰਾਸਿੰਗ ਕਰਾਈ, ਰਾਤ ਉਹਨੇ ਰਿਹਾਇਸ਼ ਰੱਖਿਆ, ਸੁਬਾਹ ਕੈਂਪ ਛੋੜ ਗਿਆ। ਬਾਕੀ ਕੈਂਪ ਦਾ ਨਿਜ਼ਾਮ ਤੁਸੀਂ ਵਹਾਈ ਹੋਵੇ ਦਾ ਨਹੀਂ, ਤੁਸੀਂ ਆਪਣੀ ਜ਼ਬਾਨ से मैं नहीं दिखाया अभी तक। मैं वीडियो अपलोड करनी है, डिटेल विच करनी है, A to Z करनी है, कितना सिस्टम प्रोसीजर में मुकम्मल वीडियो अपलोड कर। बाकी ਇੱਥੇ ਆਏ ਆ ਮਤਲਬ ਕੈਂਪ ਦੇ ਵਿੱਚ ਆਏ ਆ, ਕੈਂਪ ਦਾ ਨਿਜ਼ਾਮ ਵੇਖ ਕੇ ਤੇ ਹਾਲਾਤ ਜਿਹੜੇ ਨੇ ਉਹ ਕਾਫੀ ਖਰਾਬ ਹੋ ਗਏ ਨੇ। ਠੀਕ ਹੈ ਕੈਂਪ 'ਚ ਹਰ ਕਿਸਮ ਦਾ ਮਤਲਬ ਵੈਸਟ ਇੰਡੀਜ਼ ਤੋਂ ਕਾਲੇ, ਬੰਗਾਲੀ, ਪਾਕਿਸਤਾਨੀ, ਮਤਲਬ ਹਰ ਕੰਟਰੀ ਦੇ ਜਿਹੜੇ ਨਾ ਬੰਦੇ ਇੱਥੇ ਆਏ, ਬਿਲਕੁਲ ਹਰ ਕਿਸਮ ਦੇ ਬੰਦੇ ਆਏ ਨੇ। ਠੀਕ ਹੈ ਕੈਂਪ ਦਾ ਮਾਹੌਲ ਜਿਹੜਾ ਉਹ ਥੋੜਾ ਜਿਹਾ ਜ਼ਰਾ
ਮੁਸ਼ਕਿਲ ਹੈ। ਮੁਸ਼ਕਲ ਹੀ ਹੈ, ਗੰਦਾ ਨਿਜ਼ਾਮ, ਠੀਕ ਹੈ, ਥੋੜਾ ਮੁਸ਼ਕਲ ਹੈ। ਐਂਟਰੀ ਹੋ ਗਈ ਤੁਹਾਡੀ ਇੱਥੇ? ਨਹੀਂ ਬਾਈ ਐਂਟਰੀ ਨਹੀਂ ਹੋਈ ਹੈ, ਅੱਜ 3 ਦਿਨ ਹੋ ਗਏ ਨੇ, ਠੀਕ ਹੈ। ਰਸ਼ ਬਹੁਤ ਜ਼ਿਆਦਾ ਹੈ। ਪਹਿਲੇ ਨੰਬਰ ਤੇ ਪਾਕਿਸਤਾਨੀਆਂ ਨੂੰ ਜਿਹੜਾ ਨਾ ਐਡਾ ਨਹੀਂ ਮਤਲਬ ਉਹਨਾਂ ਦੇ ਹਕੂਕਾਂ ਦਾ ਖਿਆਲ ਨਹੀਂ ਕੀਤਾ ਜਾਂਦਾ। ਸਹੀ ਹੈ, ਠੀਕ ਹੈ ਨਾ, ਇਸ ਵਜ੍ਹਾ ਤੋਂ ਪਾਕਿਸਤਾਨ ਵਾਲਿਆਂ ਨੂੰ ਜਿਹੜਾ ਨਾ ਮਤਲਬ ਨਹੀਂ ਐਡਾ ਸਮਝਦੇ ਆ। ਇਸ ਵਜ੍ਹਾ ਤੋਂ ਕਾਲਿਆਂ ਦੀ ਐਂਟਰੀ ਹੋ ਜਾਂਦੀ ਹੈ, ਅਸੀਂ ਵਿਚਾਰੇ 12-12 1-1 ਵਜੇ ਤੱਕ ਮੁੰਡੇ ਜਿਹੜੇ ਨੇ ਉਹ ਲਾਈਨਾਂ 'ਚ ਲੱਗੇ ਰਹਿੰਦੇ ਨੇ, ਖੱਜਲ ਹੁੰਦੇ ਰਹਿੰਦੇ ਨੇ। ਜਦੋਂ ਆਉਂਦੇ ਨੇ ਜਾਓ ਬਈ ਜਾ ਕੇ ਕੈਂਪਾਂ 'ਚ ਸੌਂ, ਜਿੱਥੇ ਮਰਜ਼ੀ ਜਾਓ ਤੁਸੀਂ, ਸੁਬਾਹ ਫਿਰ ਦੇਖੀ ਜਾਏ। ਅੱਛਾ, ਖਾਣਾ ਤੁਹਾਨੂੰ ਮਿਲ ਰਿਹਾ? ਜੀ ਖਾਣਾ ਮਿਲ ਰਿਹਾ ਸਾਨੂੰ। ਨਹੀਂ ਯੂਐਨਐਲ ਤੁਹਾਨੂੰ ਖਾਣਾ ਦੇ ਰਹੇ ਨੇ? ਤੁਹਾਡੇ ਨਾਂ ਤੇ ਤੁਹਾਨੂੰ ਖਾਣਾ ਮਿਲ ਰਿਹਾ? ਨਹੀਂ ਨਾ, ਲੜਕੇ ਤੁਸੀਂ ਦੇ ਰਹੇ, ਤੁਹਾਨੂੰ ਦੇ ਰਹੇ ਜਿਹੜੇ ਲੜਕੇ ਨਾ ਉਹਨਾਂ ਨੂੰ ਮਿਲ ਰਿਹਾ ਜਿਨ੍ਹਾਂ ਦੀ ਐਂਟਰੀ। ਜੀ ਬਿਲਕੁਲ ਜੀ, ਇਹ ਤੁਹਾਨੂੰ ਦੱਸ ਦਿਆਂ ਕਿ ਜਿੱਥੇ ਖਾਣਾ ਉਸ ਬੰਦੇ ਉਸ ਵਕਤ ਮਿਲਣਾ, ਜਦ ਤੱਕ ਤੁਹਾਨੂੰ ਐਂਟਰੀ ਨਹੀਂ ਹੋਣੀ ਉਸ ਵਕਤ ਖਾਣਾ ਨਹੀਂ ਮਿਲਣਾ ਤੁਹਾਨੂੰ। ਔਰ ਐਂਟਰੀ ਜਿਹੜੀ ਹੈ ਨਾ, ਤੁਸੀਂ ਪਾਸਪੋਰਟ ਤੁਸੀਂ ਕਹਿ ਰਹੇ ਸੋ ਪਾਸਪੋਰਟ ਤੇ ਐਂਟਰੀ ਕਰਾ ਲਈ ਤੁਸੀਂ? ਨਹੀਂ ਭਾਈ ਆਈਡੀ ਕਾਰਡ ਤੇ ਕਰਵਾ ਰਹੇ ਹਾਂ। ਉਸ ਦੀ ਵਜ੍ਹਾ ਪਾਸਪੋਰਟ ਨਹੀਂ ਹੈ ਕੋਲ। ਠੀਕ ਹੈ, ਤੁਹਾਡੇ ਪਾਸਪੋर्ट किधर है? एक सुने तो सामान वगैरह सुना कोई? ਹਾਂ ਭਾਈ ਉਹ ਪਹਿਲਾਂ ਮਤਲਬ ਕਹਿਣਾ ਯਾਦ ਨਹੀਂ ਰਿਹਾ ਕਿ ਉਹ ਏਜੰਟ ਦੇ ਇਖਤਲਾਫਾਤ ਹੋਏ ਨੇ ਉਹਦੇ ਨਾਲ। ਸਹੀ ਉਸੇ ਵਜ੍ਹਾ ਤੋਂ ਮਤਲਬ ਜਿਸ ਬੰਦੇ ਸਾਨੂੰ ਕ੍ਰਾਸਿੰਗ ਕਰਵਾਈ ਹੈ ਨਾ, ਉਹਨੂੰ ਸਾਡੇ ਏਜੰਟ ਨੇ ਪੇਮੈਂਟ ਨਹੀਂ ਕੀਤੀ ਹੈ। ਮਤਲਬ ਸਾਡੇ ਕੋਲੋਂ ਪੇਮੈਂਟ ਓਕੇ ਹੋ ਗਈ ਹੈ, ਪੇਮੈਂਟ ਲੈ ਲਈ ਸੀ ਤੇ ਉਸ ਬੰਦੇ ਨੂੰ ਉਹਨੇ ਪੇਮੈਂਟ ਨਹੀਂ ਕੀਤੀ ਹੈ। ਠੀਕ ਹੈ, ਇਸ ਵਜ੍ਹਾ ਤੋਂ ਉਸ ਬੰਦੇ ਨੇ ਸਾਡੇ ਪਾਸਪੋਰਟ ਵੀ ਤੇ ਸਮਾਨ ਬੈਗ ਵਗੈਰਾ ਜੋ ਕੁਝ ਆ ਸੀ ਸਭ ਕੁਝ ਉਹਨੇ ਲੈ ਲਿਆ। ਠੀਕ ਹੈ, ਉਹ ਪੈਸੇ ਦੇ ਸੋ ਚੀਜ਼ਾਂ ਲੈ ਲਵੇ। ਹਾਂਜੀ, ਉਹ ਆਂਦਾ ਜਿਸ ਟਾਈਮ ਤੁਹਾਡਾ ਏਜੰਟ ਪਿੱਛੋਂ ਪੇਮੈਂਟ ਦੇਦਾ ਮੈਨੂੰ, ਉਸ ਟਾਈਮ ਮੈਂ ਤੁਹਾਨੂੰ ਕੈਂਪ 'ਚ ਹਰ ਚੀਜ਼ ਦੇ ਆਵਾਂਗਾ। ਬਾਕੀ ਇਹ 3 ਦਿਨ ਹੋ ਗਏ ਨੇ, ਨਾ ਸਾਡਾ ਏਜੰਟ ਫੋਨ ਚੁੱਕ ਰਿਹਾ ਸਾਡਾ, ਤੇ ਨਾ ਹੀ ਕੋਈ ਸਾਡਾ ਸਮਾਨ ਵਗੈਰਾ ਪਾਸਪੋਰਟ ਵਗੈਰਾ ਕੋਈ ਚੀਜ਼ ਨਹੀਂ ਆਈ ਹੈ। ਠੀਕ ਹੈ, ਸਹੀ ਹੈ, ਬਿਲਕੁਲ ਸਹੀ ਹੋ ਗਿਆ। ਹਾਂਜੀ ਜੀ, ਤੁਹਾਨੂੰ ਦੱਸ ਰਿਹਾ ਸੀ ਖਾਣਾ ਆਈਡੀ ਕਾਰਡ ਤੁਸੀਂ ਅਗਰ ਮਤਲਬ ਕਿਸੇ ਏਜੰਟ ਨੇ ਥਰੂ ਜਾਂ ਕਿਸ ਨੇ ਘਰ ਵਿੱਚ ਆ ਕਰ ਗਿਆ ਵੀ ਤੁਸੀਂ ਆ ਜਾਣੇ ਹੋ ਤੇ ਬਿਹਤਰ ਤਰੀਕਾ ਕਾਰ ਹੈ ਕਿ ਤੁਸੀਂ ਪਾਸਪੋਰਟ ਤੁਹਾਡੇ ਕੋਲ ਹੋਣੇ ਚਾਹੀਦੇ ਨੇ। ਠੀਕ ਹੈ, ਆਈਡੀ ਕਾਰਡ ਦੇ ਤੁਹਾਡੀ ਐਂਟਰੀ ਬੜੀ ਮੁਸ਼ਕਿਲ ਹੁੰਦੀ ਹੈ, ਜ਼ਲਾਲਤ ਹੁੰਦੀ ਹੈ। ਤੇ ਤੁਹਾਨੂੰ ਮੈਸੇਜ ਇਹ ਹੈ ਸਾਰਿਆਂ ਨੂੰ ਕਿ ਤੁਸੀਂ ਇਹ ਅਸੀਂ ਤੇ ਜਦੋਂ ਗਲਤੀ ਕਰ ਚੁੱਕੇ ਹਾਂ, ਅਸੀਂ ਇੱਥੇ ਆ ਗਏ ਹਾਂ ਤੇ ਲਿਹਾਜ਼ਾ ਇਹ ਵੀਡੀਓ ਬਣਾਉਣ ਦਾ ਮਕਸਦ ਵੀ ਹੈ ਜਿਹੜੇ ਬੰਦੇ ਚਾਹ ਰਹੇ ਨੇ ਆਉਣਾ, ਇਹ ਗਲਤੀ ਨਾ ਕਰੋ। ਇੱਕ ਤੇ ਇਲੀਗਲ ਕੰਮ ਹੈ। ਤੇ ਸਾਜ ਤੁਸੀਂ ਕਿਹਾ ਮੈਸੇਜ ਤੁਸੀਂ ਜਿਹੜੇ ਆਉਣਾ ਚਾਹਣੇ ਉਹਨਾਂ ਨੂੰ ਸੀ ਭਾਈ, ਮੈਂ ਤੇ ਆਨਾ ਕਿ ਨਾ ਆਇਆ ਜੇ। ਠੀਕ ਹੈ, ਬਾਕੀ ਪਾਕਿਸਤਾਨੀ ਨੇ ਤੁਹਾਨੂੰ ਪਤਾ ਮੁੜਦੇ ਨਹੀਂ, ਉਹਨਾਂ ਵੀਡੀਓ ਵੇਖ ਕੇ ਹੀ ਆਖਣਾ ਪਏ ਆ ਵੀ ਯਾਰ ਵੇਖ ਲਾ ਉੱਥੇ ਜਾ ਕੇ ਬੈਠਾ ਤੇ ਸਾਨੂੰ ਆਂਦਾ ਪਏ ਨਾ ਆ ਗਿਆ, ਆਪੂ ਪੁੱਜ ਗਿਆ। ਉਹੋ ਹੀ ਨਾ, ਅਸਾਂ ਤੇ ਹੁਣ ਜਾ ਕੇ ਰਹਿਣਾ। ਇਹ ਪਾਕਿਸਤਾਨੀਆਂ ਨੂੰ ਥੋੜੀ ਜਿਹੀ ਬਿਮਾਰੀ ਹੈ। ਸਹੀ, ਉਹ ਆਂਦੇ ਨੇ ਕਿ ਉੱਤੋਂ ਜਾ ਕੇ ਵੇਖਣਾ ਪਏ ਕੀ ਹਾਲ, ਫਿਰ ਇੱਥੇ ਆ ਕੇ ਰੋਂਦੇ ਨੇ। ਕਈ ਮੁੰਡੇ ਤੇ ਕੈਂਪ 'ਚ ਆ ਕੇ ਰੋਂਦੇ ਨੇ ਬਾਈ, ਮੁੰਡੇ ਜਿਹੜੇ ਨੇ ਰਿਲੀਜ਼ ਹੋ ਗਏ ਨੇ ਕੈਂਪ 'ਚੋਂ। ਠੀਕ ਹੈ, ਬਾਹਰੋਂ ਫਿਰ ਟੋਰ ਆਏ ਨੇ, ਕੰਮ ਨਹੀਂ ਲੱਭਦਾ ਹੈ, ਕੈਂਪ 'ਚ ਦੁਬਾਰਾ ਵਾਪਸ ਆ ਗਏ ਨੇ। ਉਹਨਾਂ ਨੇ ਚੱਲ ਯਾਰ ਰੋਟੀ ਤੇ ਲੱਭਦੀ ਨਾ ਵੀ ਇੱਥੇ 2 ਟਾਈਮ 3 ਟਾਈਮ ਖਾਣਾ ਤੇ ਲੱਭਦਾ ਪਿਆ, ਆ ਕੇ ਖਾਣੇ ਆ। ਬਾਈ ਹਾਲਾਤ ਬਹੁਤ ਹੀ ਖਰਾਬ ਨੇ ਸਾਈਪ੍ਰਸ ਦੇ। ਠੀਕ ਹੈ, ਇਸ ਵਜ੍ਹਾ ਤੋਂ ਕੋਈ 2-4 ਲੱਖ ਹੋਰ ਲਾ ਕੇ ਕਿਸੇ ਹੋਰ ਮੁਲਕ ਲੀਗਲ ਤਰੀਕੇ ਨਾਲ ਚਲੇ ਜਾਓ, ਲੀਗਲ ਤਰੀਕੇ ਨਾਲ ਜਾਓ। ਇੱਕ ਤੇ ਪਾਕਿਸਤਾਨ ਤੋਂ ਲੱਗ ਕੇ ਤੋੜ ਇੱਥੇ ਆਉਣ ਤੱਕ ਅਨਲੀਗਲ ਤਰੀਕਾ। ਠੀਕ ਹੈ, ਹਰ ਥਾਂ ਤੇ ਤੁਹਾਡੇ ਸਾਹ ਹੀ ਸੁੱਕ ਰਹਿੰਦੇ ਨੇ। ਮਤਲਬ 에ਅਰਪੋਰਟ ਤੇ ਵੀ, ਦੁਬਈ 에ਅਰਪੋਰਟ ਤੇ ਵੀ, ਅਰਕਨ 에ਅਰਪੋਰਟ ਤੇ ਵੀ ਆ ਕੇ ਕਿਤਲੇ ਵੀ ਕੋਈ ਸਵਾਲ ਤੁਹਾਨੂੰ ਪੁੱਛਦੇ ਨੇ, ਤੁਹਾਨੂੰ ਨਹੀਂ ਆਉਂਦਾ ਜਾਂ ਪੇਪਰ ਤੁਹਾਡੇ ਮਤਲਬ ਪ੍ਰੂਵ ਹੋ ਜਾਂਦਾ ਉਹਨਾਂ ਨੂੰ ਕਿ ਮਤਲਬ ਪੇਪਰ ਜਿਹੜੇ 2 ਨੰਬਰੀ ਬੰਦਾ ਆ ਰਿਹਾ। ਬਿਲਕੁਲ ਉਹੀ ਨਾ, ਤੇ ਉੱਥੇ ਵੀ ਤੁਸੀਂ ਰਿਪੋਰਟ ਹੋ ਸਕਦੇ ਹੋ। ਮਤਲਬ ਖਤਰਾ ਹੀ ਹੈ ਹਰ ਜਗ੍ਹਾ ਤੇ। ਜੀ ਜੀ ਜੀ, ਅਨਲੀਗਲ ਹੈ ਨਾ ਟੋਟਲ ਤਰੀਕਾ। ਅੱਛਾ, ਜਿਹੜੇ ਲੋਕ ਏਜੰਟਾਂ ਨੇ ਮਤਲਬ ਗੱਲਾਂ ਚਾਹ ਕੇ ਸਬਜ਼ ਬਾਗ ਜਿਹੜੇ ਦੱਸਣੇ, ਉਹਨਾਂ ਨੇ ਗੱਲਾਂ ਚਾਹ, ਉਹਨਾਂ ਵਿੱਚ ਕੀ ਮੈਸੇਜ ਹੈ ਜੇ ਏਜੰਟ ਦੇ ਥਰੂ ਆਉਣੇ? ਬਾਈ ਉਹਨਾਂ ਵਾਸਤੇ ਅਸੀਂ ਜ਼ਿੰਦਾ ਮਿਸਾਲ ਆ। ਠੀਕ ਹੈ, ਅਸੀਂ ਵੀ ਸਬਜ਼ ਬਾਗ ਵੇਖ ਕੇ ਤੇ ਆ ਫਸ ਗਏ, ਸਾਰਾ ਕੁਝ ਤੁਹਾਨੂੰ ਦੱਸਿਆ ਹੁਣ ਕਿ ਸਾਡੇ ਜੁੱਤੀ ਕੱਪੜਾ ਹਰ ਸ਼ੈ ਉਹਨਾਂ ਖੋਲਿਆ। ਠੀਕ ਹੈ, ਬੈਗ ਵਗੈਰਾ ਪਾਸਪੋਰਟ ਤੱਕ ਸਾਡੇ ਕੋਲ ਕੋਈ ਚੀਜ਼ ਨਹੀਂ ਇਸ ਟਾਈਮ ਹੈ, ਬਸ ਇੱਕ ਆਈਡੀ ਕਾਰਡ ਹੈ। ਠੀਕ ਹੈ, ਉਹ ਵੀ ਇੱਥੇ ਆਈਡੀ ਕਾਰਡ ਤੇ ਐਂਟਰੀ ਬੜੀ ਮੁਸ਼ਕਲ ਹੁੰਦੀ ਹੈ। ਫਿਰ ਠੀਕ ਹੈ, 3 ਦਿਨ ਹੋ ਗਏ ਨੇ ਲਾਈਨ 'ਚ ਲੱਗ ਕੇ ਅਸੀਂ ਆ ਜਾਏ। ਕਸ਼ਮੀਰ ਨੇ ਲੜਕਿਆਂ ਨੂੰ 12 ਦਿਨ ਹੋ ਗਏ, 12 ਦਿਨ ਬਾਅਦ ਉਹਨਾਂ ਦੀ ਕੱਲ ਐਂਟਰੀ ਹੋਈ ਹੈ। 13 ਦਿਨ ਬਾਅਦ 13 ਦਿਨ ਬਾਅਦ ਉਹਨਾਂ ਦੀ ਐਂਟਰੀ ਹੋਈ ਹੈ। ਔਰ ਰੋਜ਼ ਸੋਇਆ ਤੋਂ ਪਿਆ ਨਹੀਂ ਸਨ, 2 ਵਜੇ ਤੋਂ ਪੈ ਭੁੱਖੇ ਪਾਣੇ, ਬਿਲकुल भाई, कोई पानी नहीं, कोई रोटी नहीं, बिल्कुल भुखे। उस गर्मी इतनी तेज होने लगी है। एक कैंप भी थोड़ा साइड एरिया च है, जंगलों में ही है। इतना कोई बूटा, कोई दरख्त नहीं, मतलब कोई छां नहीं है, नहीं ना कोई मार्केट है जेड़ा बंदा के बाहरों मतलब कोई शहर लैके खा भी सके, मार्केट ही नहीं नजदीक है। ठीक है, उस तो बाद आईडी कार्ड वाले बंदे की भाई कोई कदर नहीं, इतने एंट्री ही नहीं करते। ठीक है, 15-15 20 दिन मुंडे आंदे ने, सानू हो गए तुहानू तो 3-4 दिन होने, तो तुहानू एंट्री किवें लभे? ਇਹ ਗੱਲ ਹੈ। ये बाकी हालात भाई बड़े खराब ने साइप्रस, ना आओ बाकी तुसां करनी फिर भी अपनी मर्जी है। ठीक है, बहरहाल ਅਸੀਂ यही ਕਹਾਂ ਕਿ ਨਾ। ਸਹੀ ਹੋ ਗਿਆ। ਓਕੇ ਜੀ, ਥੈਂਕ ਯੂ ਵੈਰੀ ਮਚ ਜੀ। ਇਹ ਨਾਮ ਆਪਣਾ ਦੱਸ ਵੀ ਕੋਈ ਫਿਰ ਜਨਾਬ ਆਪਣਾ ਕੀ ਨਾਮ ਸੀ? ਅਨਜ਼ਾਰ ਸਾਹਿਬ ਜੀ, ਗੁਜਰਾਂਵਾਲੇ ਤੋਂ। ਤੇ ਜਨਾਬ ਸਾਰਿਆਂ ਦੇ ਮੈਸੇਜ ਹੈ, ਇਹ ਅਨਜ਼ਾਰ ਸਾਹਿਬ ਸਾਨੂੰ ਜ਼ਿੰਦਾ ਮਿਸਾਲ ਸਟੋਰੀ ਸੁਣ ਲਈ ਹੈ। ਜਿਹੜੀ ਲੋਕ ਏਜੰਟ ਗੱਲਾਂ ਵਿੱਚ ਆ ਗਏ, ਸਬਜ਼ ਖਾਬ ਦੱਸਣੇ ਏਜੰਟ ਤੇ ਲੋਕ ਵਿੱਚ ਆ ਜਾਣੇ ਗੱਲਾਂ 'ਚ, ਇਹਨਾਂ ਤੋਂ ਬਚੋ ਤੇ ਧਿਆਨ ਕਰੋ। ਤੇ ਇਲੀਗਲ ਕੰਮ ਕਦੇ ਵੀ ਨਾ ਕਰੋ। कोशिश करो कि लीगल करो, थोड़ा खाओ, सुकून ना खाओ। क्या हाल है उस्ताद जी? जी बिल्कुल, दोनों बजाय एक खाओ वो सुकून। ਅੱਗੋਂ ਆਵਾਮ ਨੇ ਆਪਣੀ ਮਰਜ਼ੀ ਕਰਨੀ ਹੈ, ਉਹਨਾਂ ਵਾਲਿਆਂ ਨੇ ਜਿੰਨੇ ਆਉਣਾ ਉਹਨੂੰ ਤਾਂ ਅਸੀਂ ਫਿਰ ਡੱਕ ਨਹੀਂ ਸਕਦੇ। ਨਹੀਂ, ਸਹੀ ਗੱਲ ਹੈ, ਤੇ ਮੈਸੇਜ ਦੇ ਸਕਦੇ ਉਹਨਾਂ ਕੀ। ਹਾਂਜੀ, ਸਹੀ ਹੋ ਗਿਆ। ओके जी, थैंक यू वेरी मच, अल्लाह हाफिज।